हाँ जी, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਔਰ ਸਲਾਮ ਜੀ। ਹੋਰ ਸੁਣਾਓ ਜੀ, ਸਾਰਿਆਂ ਦਾ ਕੀ ਹਾਲ ਚਾਲ ਹੈ ਜੀ? ਆਸ ਕਰਦਾ ਸਾਰੇ ਠੀਕ ਹੋਵੋਗੇ। ਤੇ ਅੱਜ ਇਸ ਵੀਡੀਓ 'ਚ ਅਸੀਂ ਗੱਲ ਕਰਾਂਗੇ ਜੀ ਚਿਤਾਈਨਾਂਸਾ ਬਾਰੇ, ਮਤਲਬ ਕਿ ਇਟਲੀ ਦੀ ਸਿਟੀਜ਼ਨਸ਼ਿਪ ਬਾਰੇ। ਗੱਲ ਸਟਾਰਟ ਕਰਨ ਤੋਂ ਪਹਿਲਾਂ ਜੀ ਤੁਹਾਡੇ ਸਾਰਿਆਂ ਅੱਗੇ ਮੈਂ ਬੇਨਤੀ ਕਰਦੇ ਹਾਂ ਕਿ ਵੀਡੀਓ ਨੂੰ ਪੂਰੀ ਦੇਖਿਓ ਤਾਂ ਜੋ ਤੁਹਾਨੂੰ ਇੱਕ ਇੱਕ ਡਿਟੇਲ ਦਾ ਪਤਾ ਲੱਗ ਸਕੇ। ਇਹ ਵੀਡੀਓ ਸਿਰਫ ਉਹਨਾਂ ਲਈ ਹੈ ਜੀ ਜਿਨ੍ਹਾਂ ਨੂੰ ਰੂਲਸ ਬਾਰੇ ਨਹੀਂ ਪਤਾ ਜਾਂ ਫਿਰ ਜਿਨ੍ਹਾਂ ਨੂੰ ਇਟਾਲੀਅਨ ਨਹੀਂ ਆਉਂਦੀ। ਮੈਂ ਹਰ ਵੀਡੀਓ ਸਿਰਫ ਉਹਨਾਂ ਲਈ ਪਾਉਂਦਾ ਹੁੰਦਾ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਅਤੇ ਜਿਨ੍ਹਾਂ ਨੂੰ ਇਟਾਲੀਅਨ ਨਹੀਂ ਆਉਂਦੀ ਹੁੰਦੀ। ਅਤੇ ਆਸ ਕਰਦਾ ਤੁਸੀਂ ਮੈਨੂੰ ਸਪੋਰਟ ਕਰੋਗੇ। ਸ਼ੁਰੂ ਕਰਦੇ ਹਾਂ ਜੀ। ਡਾਕੂਮੈਂਟੀ ਪੇ ਚਿਤਾਈਨਾਂਸਾ ਕਿਹੜੇ ਡਾਕੂਮੈਂਟ ਚਾਹੀਦੇ ਨੇ। ਸਭ ਤੋਂ ਪਹਿਲਾਂ ਡਾਕੂਮੈਂਟ ਦੱਸਣ ਤੋਂ ਪਹਿਲਾਂ ਜੀ ਦੱਸ ਦਈਏ ਕਿ ਚਿਤਾਈਨਾਂਸਾ ਹੈ ਕੀ ਹੈ। ਸਾਰਿਆਂ ਨੂੰ ਪਤਾ ਹੀ ਜੀ, ਚਿਤਾਈਨਾਂਸਾ ਦਾ ਮਤਲਬ ਹੈਗਾ ਜੀ ਸਿਟੀਜ਼ਨਸ਼ਿਪ, ਮਤਲਬ ਕਿ ਜਿਸ ਕੰਟਰੀ ਵਿੱਚ ਤੁਸੀਂ ਰਹਿ ਰਹੇ ਹੋ ਉਸ ਕੰਟਰੀ ਦਾ ਪਾਸਪੋਰਟ ਲੈਣਾ ਅਤੇ ਦੂਜੀ ਕੰਟਰੀ ਨਾਲੋਂ ਆਪਣਾ ਨਾਤਾ ਤੋੜਨਾ। ਜੇ ਤੁਸੀਂ ਇਟਾਲੀਅਨ ਸਿਟੀਜ਼ਨ ਬਣ ਜਾਂਦੇ ਹੋ ਤੁਹਾਨੂੰ OCI ਕਾਰਡ ਮਿਲੂਗਾ ਇੰਡੀਆ ਦਾ, ਲੇਕਿਨ ਉਸ OCI ਕਾਰਡ ਨਾਲ ਤੁਸੀਂ ਇੰਡੀਆ ਦੇ ਸਾਰੇ ਹੱਕ ਜਿਹੜੇ ਆਪਣੇ ਹੱਕ ਹੁੰਦੇ ਨੇ ਇੰਡੀਆ ਦੇ ਉਹ ਗਵਾ ਦਿੰਦੇ ਹੋ, ਉਹ ਤੁਹਾਨੂੰ ਨਹੀਂ ਰਹਿੰਦੇ ਫਿਰ, ਕਿਉਂਕਿ ਤੁਹਾਨੂੰ ਇਟਾਲੀਅਨ ਪਾਸਪੋਰਟ ਲੈਣ ਨਾਲ ਜਾਂ ਕਿਸੇ ਹੋਰ ਕੰਟਰੀ ਦਾ ਪਾਸਪੋਰਟ ਲੈਣ ਨਾਲ ਉਸ ਕੰਟਰੀ ਦੇ ਹੱਕ ਮਿਲਦੇ ਨੇ। ਮਤਲਬ ਕਿ ਤੁਹਾਨੂੰ ਇੱਕ ਫੋਰ ਐਗਜ਼ਾਮਪਲ, ਜੇ ਤੁਸੀਂ ਜ਼ਮੀਨ ਖਰੀਦਣੀ ਆ, ਜਦੋਂ ਤੁਸੀਂ ਇਟਾਲੀਅਨ ਪਾਸਪੋਰਟ ਲੈ ਲੈਂਦੇ ਹੋ ਫਿਰ ਇੰਡੀਆ ਵਿੱਚ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਆਪਣੇ ਨਾਮ 'ਤੇ। ਇਟਲੀ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਤੁਸੀਂ ਕਦੇ ਵੀ ਮਨ ਚਾਹੇ ਛੱਡ ਸਕਦੇ। ਇਹਦੇ ਬਾਰੇ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ। come si acquista la cittadinanza, ਕਿੱਦਾਂ ਤੁਸੀਂ ਸਿਟੀਜ਼ਨਸ਼ਿਪ ਇਟਲੀ ਦੀ ਲੈ ਸਕਦੇ ਹੋ ਜਾਂ ਕਿਸੇ ਕੰਟਰੀ ਇਟਲੀ ਦੀ ਦੱਸਾਂਗੇ। ਸਿਰਫ ਇੱਥੇ ਅਸੀਂ ਇਟਲੀ ਦੀ ਗੱਲ ਕਰ ਰਹੇ ਹਾਂ ਅਤੇ ਇਟਲੀ ਬਾਰੇ ਹੀ ਗੱਲ ਕਰਾਂਗੇ। Secondo la legge la cittadinanza si acquista attraverso una delle seguenti modalità। ਇਟਲੀ ਦੀ ਸਿਟੀਜ਼ਨਸ਼ਿਪ ਤੁਸੀਂ ਲੈ ਸਕਦੇ ਹੋ ਡਿਫਰੈਂਟ ਢੰਗ ਨਾਲ। ਸਭ ਤੋਂ ਪਹਿਲੇ ਆਉਂਦਾ ਜੀ, ਜੇ ਤੁਸੀਂ ਇੱਥੇ ਇਟਲੀ ਵਿੱਚ ਜੰਮੇ ਹੋ ਤਾਂ ਆਪਣੀ 18 ਸਾਲ ਦੀ ਉਮਰ ਵਿੱਚ ਤੁਸੀਂ ਇਹ ਜਿਹੜਾ ਲੈ ਸਕਦੇ ਹੋ। per estensione, ਮਤਲਬ ਕਿ ਜੇ ਤੁਸੀਂ ਇਟਲੀ ਵਿੱਚ ਰਹਿੰਦੇ ਹੋ ਅਤੇ ਕੋਈ ਤੁਸੀਂ ਬੇਬੀ ਗੋਦ ਲੈਂਦੇ ਹੋ, ਉਹਨੂੰ ਤੁਸੀਂ ਪਾਸਪੋਰਟ ਦਵਾ ਸਕਦੇ ਹੋ। ਜਾਂ ਫਿਰ ਤੁਹਾਡੀ ਮੈਰਿਜ ਹੁੰਦੀ ਹੈ ਇੰਡੀਆ ਭਾਵੇਂ ਹੁੰਦੀ ਆ, ਠੀਕ ਹੈ ਜੀ, ਤੁਸੀਂ ਇਟਾਲੀਅਨ ਪਾਸਪੋਰਟ ਹੋਲਡਰ ਹੋ ਅਤੇ ਤੁਸੀਂ ਆਪਣੀ ਵਾਈਫ ਨੂੰ ਇਟਲੀ ਵਿੱਚ ਲੈ ਕੇ ਆਉਂਦੇ ਹੋ। 2 ਸਾਲ ਬਾਅਦ ਜੀ ਤੁਸੀਂ ਆਪਣੀ ਵਾਈਫ ਨੂੰ ਇਟਾਲੀਅਨ ਪਾਸਪੋਰਟ ਦਾ ਦਮਾਂਦਾ ਕਰ ਸਕਦੇ ਹੋ। per beneficio di legge, ਇੱਥੇ ਇਹਨਾਂ ਨੇ ਸੇਮ ਗੱਲ ਲਿਖਤੀ ਹੈ ਜਿਹੜੀ per nascita ਸੀਗਾ। ਮੇਰੇ ਹਿਸਾਬ ਨਾਲ ਇੱਥੇ ਇਹਨਾਂ ਲਿਖਣਾ ਸੀ per beneficio di legge, ਮਤਲਬ ਜਿੱਦਾਂ ਕਿ ਇਟਲੀ ਦਾ ਲੇਜੇ ਹੈ ਕਿ 10 ਸਾਲ ਤੁਹਾਨੂੰ ਇਟਲੀ ਵਿੱਚ ਰਹਿੰਦੇ ਨੂੰ ਹੋਣਾ ਚਾਹੀਦਾ ਹੈ। 10 ਸਾਲ ਦਾ ਲਗਾਤਾਰ ਰੈਜ਼ੀਡੈਂਸ ਵਿੱਚ ਕੋਈ ਗੈਪ ਨਹੀਂ ਹੋਣਾ ਚਾਹੀਦਾ ਜੀ। ਜੇ 1 ਮਹੀਨੇ ਦਾ ਵੀ ਗੈਪ ਆ ਉਹ ਨਹੀਂ ਚੱਲੂਗਾ। ਲਗਾਤਾਰ ਇਟਲੀ ਦਾ ਰੈਜ਼ੀਡੈਂਸ ਚਾਹੀਦਾ ਤੁਹਾਨੂੰ, ਫਿਰ ਤੁਸੀਂ 10 ਸਾਲ ਬਾਅਦ ਅਪਲਾਈ ਕਰ ਸਕਦੇ ਹੋ। ਠੀਕ ਹੈ ਜੀ। ਇੱਥੇ ਮੈਂ ਇਹ ਟਰਾਂਸਲੇਟ ਨਹੀਂ ਕੀਤਾ ਕਿਉਂਕਿ ਇੱਥੇ ਇਹਨਾਂ ਨੇ ਜੋ ਸੇਮ ਚੀਜ਼ per nascita ਸੀਗਾ ਉਹੀ ਲਿਖਤਾ ਹੋਇਆ। per naturalizzazione, ad esempio lo straniero maggiorenne adottato da cittadino italiano che dopo l'adozione reside in Italia per almeno 5 anni। ਜੇ ਕੋਈ ਬੱਚਾ ਗੋਦ ਲਿਆ ਜਾਂਦਾ ਇਟਾਲੀਅਨ ਕਿਸੇ ਪਾਸਪੋਰਟ ਹੋਲਡਰ ਵੱਲੋਂ ਜਾਂ ਇਟਾਲੀਅਨ ਜਿਹੜੇ ਰੀਅਲ ਇਟਾਲੀਅਨ ਨੇ ਉਹਨਾਂ ਵੱਲੋਂ, ਅਤੇ ਉਹਨੂੰ 5 ਸਾਲ ਬਾਅਦ ਐਟੋਮੈਟਿਕਲੀ ਹੀ ਮਿਲ ਜਾਂਦੀ ਹੈ ਜੀ ਇਟਾਲੀਅਨ ਸਿਟੀਜ਼ਨਸ਼ਿਪ। La cittadinanza acquisita per beneficio di legge o per naturalizzazione è concessa con decreto del Presidente della Repubblica। ਇੱਥੇ ਉਹੀ ਚੀਜ਼ ਲਿਖਣੀ ਹੈ। ਡਾਕੂਮੈਂਟਸ ਜਿਹੜੇ ਰਿਕੁਆਇਰਡ ਨੇ ਇਟਾਲੀਅਨ ਸਿਟੀਜ਼ਨਸ਼ਿਪ ਲਈ ਉਹ ਕਿਹੜੇ ਨੇ ਜੀ। A questo punto vediamo quali sono i documenti per la cittadinanza. Come prima cosa è necessario registrarsi sul portale del Ministero dell'Interno e compilare una domanda online allegando la seguente documentazione। ਇੱਥੇ ਇਹਨਾਂ ਨੇ ਲਿਖਿਆ ਜੀ ਕਿ ਸਭ ਤੋਂ ਪਹਿਲੇ ਤੁਹਾਨੂੰ ਜਿਹੜੀ ਮਿਨਿਸਟਰ ਦell'Interno ਦੀ ਸਾਈਟ ਹੈ ਉੱਥੇ ਰਜਿਸਟ੍ਰੇਸ਼ਨ ਕਰਨੀ ਪਊਗੀ। ਜੇ ਤੁਹਾਡੇ ਕੋਲ ਸਪਿਡ ID ਹੈਗੀ ਜੀ ਤੁਸੀਂ ਆਪ ਹੀ ਇਹਦਾ ਦਮਾਂਦਾ ਕਰ ਸਕਦੇ ਹੋ। ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਜਿਹੜੇ ਤੁਹਾਨੂੰ ਡਾਕੂਮੈਂਟ ਤਿਆਰ ਕਰਨੇ ਪੈਣਗੇ ਕਿਉਂਕਿ ਦਮਾਂਦਾ ਜਿਹੜਾ ਉਸ ਸਾਈਟ 'ਤੇ ਹੋਊਗਾ, ਜਾਂ ਫਿਰ ਤੁਸੀਂ ਕਿਸੇ ਪਾਤਰੋਨਾto ਕੋਲ ਜਾ ਕੇ ਕਰ ਸਕਦੇ ਹੋ। Estratto dell'atto di nascita tradotto in lingua italiana e legalizzazione dall'autorità diplomatica o consolare italiana dello Stato del richiedente।
ਤੁਹਾਡਾ ਬਰਥ ਸਰਟੀਫਿਕੇਟ ਅਤੇ PCC ਰਿਪੋਰਟ ਆਪਣੀ ਇੰਡੀਆ ਤੋਂ, ਇਟਾਲੀਅਨ ਟਰਾਂਸਲੇਟਰ ਅਤੇ ਅਟੈਸਟਡ ਚਾਹੀਦੀ ਹੈ ਜੀ ਐਮਬੈਸੀ ਵੱਲੋਂ। ਉਹ ਤੁਸੀਂ ਭਾਵੇਂ ਇੰਡੀਆ ਤੋਂ ਕਰਾਓ, ਭਾਵੇਂ ਇੱਥੇ ਇਟਲੀ ਤੋਂ ਵੀ ਸ਼ਾਇਦ ਅਟੈਸਟਡ ਹੁੰਦੀ ਆ, ਲੇਕਿਨ ਜੇ ਤੁਸੀਂ ਇੰਡੀਆ ਤੋਂ ਕਰਾਓ ਤਾਂ ਵਧੀਆ ਗੱਲ ਹੈ ਜੀ। ਉਹਦੀ ਵੈਲਿਡਿਟੀ ਫਿਰ ਇੱਕ ਵਾਰੀ ਜਦੋਂ ਅਟੈਸਟਡ ਹੁੰਦੀ ਹੈ 6 ਮਹੀਨੇ ਦੀ ਉਹਦੀ ਵੈਲਿਡਿਟੀ ਹੁੰਦੀ ਆ, ਅਤੇ 6 ਮਹੀਨੇ ਦੇ ਵਿੱਚ ਤੁਸੀਂ ਉਹਨੂੰ ਜਿਹੜਾ ਆ ਦਮਾਂਦਾ ਕਰਨਾ ਹੁੰਦਾ। ਜਾਂ ਫਿਰ ਤੁਸੀਂ ਇਟਾਲੀਅਨ ਟਰਾਂਸਲੇਟ ਨਹੀਂ ਵੀ ਕਰਾਉਂਦੇ, ਸਿਰਫ ਜਿਹੜਾ ਤੁਹਾਡਾ ਅਸਲੀ ਪਾਸਪੋਰਟ ਆ, ਅਸਲੀ ਬਰਥ ਸਰਟੀਫਿਕੇਟ ਆ ਅਤੇ ਮੈਰਿਜ ਸਰਟੀਫਿਕੇਟ ਹੈ, ਜਾਂ ਜੋ ਵੀ ਜਿਹੜੇ ਵੀ ਡਾਕੂਮੈਂਟ ਇੱਥੇ ਚਾਹੀਦੇ ਹੁੰਦੇ ਨੇ, ਬਰਥ ਸਰਟੀਫਿਕੇਟ ਅਤੇ PCC ਰਿਪੋਰਟ, ਉਹਨੂੰ ਜੇ ਤੁਸੀਂ ਇੰਗਲਿਸ਼ ਵਿੱਚ ਵੀ ਲੈ ਕੇ ਇੱਥੇ ਆਉਂਦੇ ਹੋ ਇਟਲੀ ਵਿੱਚ, ਤੁਸੀਂ ਕਿਸੇ ਵੀ ਬੰਦੇ ਤੋਂ ਇੱਥੇ ਟਰਾਂਸਲੇਟ ਕਰਵਾ ਸਕਦੇ ਹੋ, ਜਿਹਨੂੰ ਇੰਗਲਿਸ਼ ਅਤੇ ਇਟਾਲੀਅਨ ਆਉਂਦੀ ਹੋਵੇ, ਜਾਂ ਫਿਰ ਪੰਜਾਬੀ ਅਤੇ ਇਟਾਲੀਅਨ ਆਉਂਦੀ ਹੋਵੇ ਪਰਫੈਕਟ। ਉਹਦੇ ਕੋਲ ਟਰਾਂਸਲੇਟ ਕਰਵਾ ਕੇ ਅਤੇ ਕਿਸੇ ਵੀ ਟ੍ਰਿਬਿਊਨਲ ਦੇ ਵਿੱਚ ਜਾ ਕੇ ਉਹਨੂੰ ਅਟੈਸਟਡ ਕਰਵਾ ਸਕਦੇ ਹੋ। ਉੱਥੇ ਲੇਕਿਨ ਜਿਹੜੀ ਗਰੰਟੀ ਆ ਉਹ ਬੰਦਾ ਜਿਸ ਨੇ ਟਰਾਂਸਲੇਟ ਕੀਤੀ ਹੁੰਦੀ ਆ ਉਹਦੀ ਹੁੰਦੀ ਹੈ, ਕਿ ਉਹਨੇ ਟਰਾਂਸਲੇਟ ਕੀਤੀ ਹੈ ਅਤੇ ਉਹਦੇ ਵਿੱਚ ਕੁਛ ਵੀ ਗਲਤ ਨਹੀਂ ਲਿਖਿਆ ਗਿਆ, ਜਾਂ ਫਿਰ ਆਪਣੇ ਵੱਲੋਂ ਕੁਛ ਨਹੀਂ ਲਿਖਿਆ ਗਿਆ, ਵਰਡ ਉਹਦਾ ਟਰਾਂਸਲੇਟ ਕੀਤਾ ਗਿਆ ਜੀ ਪੰਜਾਬੀ ਜਾਂ ਫਿਰ ਇੰਗਲਿਸ਼ ਟੂ ਇਟਾਲੀਅਨ। ਠੀਕ ਹੈ ਜੀ। ਕੋਪੀ del passaporto o della carta d'identità in corso di validità, ਪਾਸਪੋਰਟ ਦੀ ਫੋਟੋ ਕਾਪੀ ਜਾਂ ਫਿਰ ID ਕਾਰਡ ਦੀ ਤੁਸੀਂ ਦੋਨਾਂ ਦੀ ਲਗਾ ਦਿਓ ਜੀ ਤਾਂ ਵਧੀਆ ਗੱਲ ਹੈ। Copia del permesso di soggiorno in corso di validità se il richiedente è cittadino o è cittadino di uno Stato membro dell'Unione Europea, è necessario presentare il certificato di soggiorno permanente rilasciato dal comune di residenza। ਜੇ ਤੁਹਾਡੇ ਕੋਲ ਕਾਰਤਾ ਦੀ ਸਜੋਰਨੋ ਹੈ ਜੀ, ਉਹਦੀ ਵੀ ਫੋਟੋਕਾਪੀ ਲੱਗੂਗੀ। ਸਰਟੀਫਿਕਾਟੋ ਸਟੋਰਿਕੋ ਦੀ ਰੈਜ਼ੀਡੈਂਸਾ, ਜਿਹੜੀ ਤੁਹਾਡੀ ਹਿਸਟਰੀ ਹੈ ਰੈਜ਼ੀਡੈਂਸ ਦੀ, ਮਤਲਬ ਕਿ ਤੁਹਾਡੇ ਇਟਲੀ 'ਚ ਰੈਜ਼ੀਡੈਂਸ ਜਿਹੜਾ ਤੁਹਾਡਾ ਬਣਿਆ ਸੀ ਉਹਦੀ ਹਿਸਟਰੀ ਹੈ, ਉਹਦਾ ਸਰਟੀਫਿਕੇਟ ਲੱਗੂਗਾ ਜੀ ਨਾਲ। ਉਹ ਸ਼ਾਇਦ ਏਜੰਸੀਆ ਦੇ ਇੰਤਰਾਤੇ ਜਾਂ ਫਿਰ ਕਮੂਨੇ ਤੋਂ ਮਿਲਦਾ ਹੁੰਦਾ ਜੀ, ਹੁਣ ਮੈਨੂੰ ਇੰਨਾ ਸ਼ੋਰ ਨਹੀਂ ਹੈਗਾ ਕਿੱਥੋਂ ਮਿਲਦਾ, ਲੇਕਿਨ ਤੁਸੀਂ ਪਤਾ ਕਰ ਸਕਦੇ ਹੋ, ਨੈੱਟ 'ਤੇ ਸਰਚ ਮਾਰ ਸਕਦੇ ਹੋ ਕਿ ਸਰਟੀਫਿਕਾਟੋ ਸਟੋਰਿਕੋ ਦੀ ਰੈਜ਼ੀਡੈਂਸਾ ਕਿੱਥੇ ਬਣਦਾ ਹੈ। Autocertificazione dello stato di famiglia attuale compilato e firmato। ਸਟਾਟੋ ਦੀ ਫੈਮਿਲੀਆ ਵੀ ਜਿਹੜਾ ਤੁਸੀਂ ਉਹ ਆਟੋ ਸਰਟੀਫਿਕੇਸ਼ਨ ਵੀ ਬਣਾ ਸਕਦੇ ਹੋ, ਮਤਲਬ ਕਿ ਤੁਸੀਂ ਆਪ ਲਿਖ ਸਕਦੇ ਹੋ, ਜਾਂ ਫਿਰ ਕਮੂਨੇ ਤੋਂ ਲੈ ਸਕਦੇ ਹੋ। ਕਮੂਨੇ ਤੋਂ ਸਟਾਟੋ ਦੀ ਫੈਮਿਲੀਆ ਮਿਲ ਜਾਂਦਾ ਹੈ ਜੀ, ਉਹ ਜ਼ਰੂਰੀ ਹੈਗਾ ਹੈ। Modello CUD unico o modello 730 degli ultimi 3 anni, ਲਾਸਟਲੇ 3 ਸਾਲਾਂ ਦਾ ਈਜ਼ੇ ਜਾਂ 730 ਜਿਹੜਾ ਮਾਡਲ ਹੈ ਉਹ ਚਾਹੀਦਾ ਹੈ ਜੀ। ਠੀਕ ਹੈ ਜੀ। ਜਿਹੜੇ ਕੋਲਫ ਬਦਾਂਤੀ ਦਾ ਕੰਮ ਕਰਦੇ ਨੇ ਜਾਂ ਡੋਮੈਸਟਿਕ ਕੰਮ ਕਰਦੇ ਨੇ, ਉਹਨਾਂ ਨੂੰ ਇਸਤਰਾਤੋ ਕੋਂਤੋ ਇੰਪਸ ਦਾ ਲਾਸਟਲੇ 3 ਸਾਲਾਂ ਦਾ ਉਹ ਕਢਵਾਉਣਾ ਪਊਗਾ। ਠੀਕ ਹੈ ਜੀ, ਜਿਨ੍ਹਾਂ ਨੇ ਹਮੇਸ਼ਾ ਬਦਾਂਤੇ ਦਾ ਕੰਮ ਕੀਤਾ ਜਾਂ ਫਿਰ ਡੋਮੈਸਟਿਕ ਕੰਮ ਕੀਤੇ ਨੇ। Attestato di conoscenza della lingua italiana B1 ਦਾ ਲੈਂਗੁਏਜ ਟੈਸਟ ਦਾ ਸਰਟੀਫਿਕੇਟ ਚਾਹੀਦਾ ਹੈ ਜੀ, ਸਿਰਫ ਉਹਨਾਂ ਲਈ ਜਿਨ੍ਹਾਂ ਕੋਲ ਕਾਰਤਾ ਦੀ ਸਜੋਰਨੋ ਇਲੀਮੀਟਾਤੋ ਨਹੀਂ ਆ। ਜਿਨ੍ਹਾਂ ਕੋਲ ਕਾਰਤਾ ਦੀ ਸਜੋਰਨੋ ਇਲੀਮੀਟਾਤੋ ਹੈਗੀ ਆ, ਉਹਨਾਂ ਨੂੰ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਹੈਗੀ। ਸਰਟੀਫਿਕਾਟੋ ਪੈਨਾਲੇ, ਜਿੱਦਾਂ ਕਿ ਤੁਹਾਨੂੰ ਮੈਂ ਪਹਿਲੇ ਦੱਸ ਰਿਹਾ ਸੀਗਾ, ਆਪਣੇ ਕੰਟਰੀ 'ਚੋਂ PCC ਰਿਪੋਰਟ ਚਾਹੀਦੀ ਆ। Copia del versamento del contributo di 250 euro intestato al Ministero dell'Interno, 250 ਯੂਰੋ ਤੋਂ ਤੁਸੀਂ ਜਿਹੜੀ ਕੰਟਰੀਬਿਊਟੀ ਹੈ ਉਹ ਪਾ ਕਰਨੀ ਹੈ, ਜੋ ਕਿ ਮਿਨਿਸਟਰ dell'Interno ਲਈ ਹੋਏਗੀ। ਮਾਰਕਾ ਦਾ ਬੋਲੋ ਦੀ 16 euro, 16 ਯੂਰੋ ਦੀ ਤੁਸੀਂ ਜਿਹੜੀ ਮਾਰਕਾ ਦੀ ਬੋਲੋ ਹੈ ਉਹ ਤੁਹਾਨੂੰ ਚਾਹੀਦੀ ਹੈ। In caso di richiesta dalla cittadinanza per matrimonio con cittadino italiano è necessario allegare ulteriori documentazioni come ad esempio l'atto integrale di matrimonio। ਜਿੱਦਾਂ ਕਿ ਤੁਹਾਨੂੰ ਮੈਂ ਪਹਿਲੇ ਕਹਿ ਰਿਹਾ ਸੀਗਾ, ਜੇ ਤੁਸੀਂ ਆਪਣੀ ਵਾਈਫ ਲਈ ਸਿਟੀਜ਼ਨਸ਼ਿਪ ਅਪਲਾਈ ਕਰ ਰਹੇ ਹੋ ਤਾਂ ਉਹਦੇ ਲਈ ਤੁਹਾਨੂੰ ਮੈਰਿਜ ਸਰਟੀਫਿਕੇਟ ਦੀ ਵੀ ਜ਼ਰੂਰਤ ਪੈ ਸਕਦੀ ਨਹੀਂ ਪਊਗੀ। cittadinanza, come si presenta la domanda, ਤੁਸੀਂ ਕਿੱਦਾਂ ਦਮਾਂਦਾ ਅਪਲਾਈ ਕਰ ਸਕਦੇ ਹੋ। come già anticipato, ਜਿੱਦਾਂ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਸੀਗਾ ਕਿ ਜਿਹੜੇ ਬੰਦੇ ਨੇ ਇਟਾਲੀਅਨ ਸਿਟੀਜ਼ਨਸ਼ਿਪ ਅਪਲਾਈ ਕਰਨੀ ਹੈ ਉਹਨੂੰ ਮਿਨਿਸਟਰ dell'Interno ਦੀ ਸਾਈਟ 'ਤੇ ਜਾ ਕੇ ਜਿਹੜੀ ਹੈ ਰਜਿਸਟ੍ਰੇਸ਼ਨ ਕਰਨੀ ਪਊਗੀ। ਰਜਿਸਟ੍ਰੇਸ਼ਨ ਜੇ ਨਹੀਂ ਕਰਨੀ, ਅੱਜ ਕੱਲ੍ਹ ਸਾਰੇ ਜਗ੍ਹਾ 'ਤੇ ਜਿੰਨੇ ਵੀ ਸਰਕਾਰੀ ਸਾਈਟਸ ਨੇ ਉੱਥੇ SPID ID ਦੀ ਜ਼ਿਆਦਾ ਮਹੱਤਵਤਾ ਹੈ। SPID ID ਨਾਲ ਹਰ ਇੱਕ ਸਰਕਾਰੀ ਸਾਈਟ 'ਤੇ ਤੁਸੀਂ ਜਾ ਸਕਦੇ ਹੋ। ਅਤੇ ਤੁਹਾਨੂੰ ਸਾਰਿਆਂ ਨੂੰ ਮੈਂ ਇਹੀ ਰਿਕੁਆਇਰ ਕਰਾਂਗਾ ਕਿ ਤੁਸੀਂ
ਪੋਸਟ ਤੇ ਇਟਾਲੀਆਨੇ ਵਿੱਚ ਜਾ ਕੇ ਆਪਣੀ ਸਪਿਡ ਆਈਡੀ ਪਹਿਲੇ ਬਣਾਓ ਤੇ ਫਿਰ ਚਿਤਇਨਾਸ ਦਾ ਅਪਲਾਈ ਕਰੋ। ਜਦੋਂ ਤੁਸੀਂ ਦਮਾਂਦਾ ਕਰਦੇ ਹੋ ਜਾਂ ਫਿਰ ਤੁਸੀਂ ਪੋਸਟ ਆਪਣੀ ਸਪਿਡ ਆਈਡੀ ਨਾਲ ਖੁਦ ਕਰ ਸਕਦੇ ਹੋ ਜਾਂ ਫਿਰ ਕਿਸੇ ਵੀ ਪਾਤਰੋਨਾto ਕੋਲ ਜਾ ਕੇ ਕਫ ਵਿੱਚ ਜਾ ਕੇ ਦਮਾਂਦਾ ਕਰ ਸਕਦੇ ਹੋ, ਜਿੱਥੇ ਤੁਹਾਨੂੰ ਇੱਕ ਨੰਬਰ ਦੀ ਪ੍ਰਾਤਿਕਾ ਦਿੱਤਾ ਜਾਏਗਾ। ਠੀਕ ਹੈ ਜੀ, ਜਿਹਦੇ ਨਾਲ ਤੁਸੀਂ ਆਪਣੇ ਆਰਿਆ ਰਿਜ਼ਰਵਾਤੇ ਮਤਲਬ ਕਿ ਆਪਣੇ ਜਦੋਂ ਤੁਸੀਂ ਲੌਗਇਨ ਕਰਦੇ ਹੋ ਉੱਥੇ ਹਰ ਇੱਕ ਜਿਹੜਾ ਉਹਦਾ ਸਟੈਪ ਆ ਆਪਣੀ ਚਿਤਇਨਾਸ ਦਾ ਉਹ ਤੁਸੀਂ ਦੇਖ ਸਕਦੇ ਹੋ। Ovviamente la prefettura effettua controlli continui sulla veridicità e autenticità della documentazione inviata. In caso di accoglimento dell'istanza, la cittadinanza viene concessa con decreto del Ministero dell'Interno. Prefettura ਤੁਹਾਡੇ ਸਾਰੇ ਡਾਕੂਮੈਂਟ ਚੈੱਕ ਕਰੂਗਾ ਤੇ ਫਿਰ ਤੁਹਾਨੂੰ ਜਿਹੜਾ ਮਿਨਿਸਟਰ ਦਰਿੰਟੇਰੋ ਵੱਲੋਂ ਸਿਟੀਜ਼ਨਸ਼ਿਪ ਦਿੱਤੀ ਜਾਊਗੀ। ਪਹਿਲੇ 4 ਸਾਲ ਦਾ ਟਾਈਮ ਸੀਗਾ ਜੀ, ਸਭ ਤੋਂ ਪਹਿਲੇ 2 ਸਾਲ ਦਾ ਟਾਈਮ ਸੀਗਾ, ਫਿਰ ਉਹਨਾਂ ਨੇ 4 ਸਾਲ ਦਾ ਕੀਤਾ ਤੇ ਹੁਣ ਮੁੜ ਕੇ ਸ਼ਾਇਦ 2 ਸਾਲ ਦਾ ਕਰ ਦਿੱਤਾ ਹੈ ਕਿ 2 ਸਾਲ ਦੇ ਵਿੱਚ ਜਾਂ ਮੈਕਸਿਮਮ 3 ਸਾਲ ਦੇ ਵਿੱਚ ਤੁਹਾਨੂੰ ਸਿਟੀਜ਼ਨਸ਼ਿਪ ਦੇ ਦੇਣਗੇ। Come si perde la cittadinanza? ਕਿੱਦਾਂ ਤੁਸੀਂ cittadinanza ਜਿਹੜੀ ਆਪਣੀ ਸਿਟੀਜ਼ਨਸ਼ਿਪ ਆ ਉਹ ਗਵਾ ਸਕਦੇ ਹੋ। La cittadinanza italiana si può perdere automaticamente qualora ਜਿਹੜੀ ਇਟਾਲੀਅਨ ਸਿਟੀਜ਼ਨਸ਼ਿਪ ਹੈ ਉਹ ਆਟੋਮੈਟਿਕਲੀ ਹੀ ਰੱਦ ਹੋ ਸਕਦੀ ਹੈ। Si accetti un impiego pubblico o una carica pubblica presso uno stato straniero oppure si presenti in servizio militare uno stato straniero nonostante espresso divieto da parte del governo italiano। ਜਿਹੜੀ ਕੰਟਰੀ ਜੇ ਤੁਸੀਂ ਕਿਸੇ ਕੰਟਰੀ ਵਿੱਚ ਜਾਂਦੇ ਹੋ ਜਿਹੜੀ ਕਿ ਡਿਊਲ ਨੈਸ਼ਨਲਿਟੀ, ਕਿਉਂਕਿ ਇਟਾਲੀਅਨ ਡਿਊਲ ਨੈਸ਼ਨਲਿਟੀ ਰੱਖ ਸਕਦੇ ਨੇ, ਜਿੱਥੇ ਤੁਸੀਂ ਡਿਊਲ ਨੈਸ਼ਨਲਿਟੀ ਨਹੀਂ ਰੱਖ ਸਕਦੇ, ਇਟਾਲੀਅਨ ਸਰਕਾਰ ਨੇ ਰੱਦ ਕੀਤੇ ਮਤਲਬ ਕਿ ਨਹੀਂ ਉਹ ਦਿੱਤੀ ਹੋਈ ਪਰਮਿਸ਼ਨ, ਜੇ ਤੁਸੀਂ ਉਸ ਕੰਟਰੀ ਵਿੱਚ ਜਾ ਕੇ ਕਿਸੇ ਵੀ ਤਰ੍ਹਾਂ ਦਾ ਕੰਮ ਕਰਦੇ ਹੋ ਜਾਂ ਅਪਲਾਈ ਕਰਦੇ ਹੋ ਉੱਥੇ ਦੀ ਸਿਟੀਜ਼ਨਸ਼ਿਪ ਬਾਰੇ, ਤਾਂ ਤੁਹਾਡੀ ਜਿਹੜੀ ਜਾਂ ਫਿਰ ਮਿਲਟਰੀ ਵਿੱਚ ਤੁਸੀਂ ਆਪਣੇ ਭਰਤੀ ਹੁੰਦੇ ਹੋ ਅਤੇ ਤੁਸੀਂ ਜਿਹੜੀ ਤੁਹਾਡੀ ਇਟਾਲੀਅਨ ਸਿਟੀਜ਼ਨਸ਼ਿਪ ਹੈ ਉਹ ਆਟੋਮੈਟਿਕਲੀ ਹੀ ਚੱਲ ਜਾਊਗੀ। ਜੇ ਤੁਸੀਂ ਕਿਸੇ ਉਸ ਕੰਟਰੀ ਵਿੱਚ ਜਾਂਦੇ ਹੋ ਜਿੱਥੇ ਇਟਲੀ ਦੀ ਲੜਾਈ ਚੱਲ ਰਹੀ ਹੋਵੇ ਜਿਸ ਕੰਟਰੀ ਨਾਲ, ਤਾਂ ਵੀ ਤੁਹਾਡੀ ਜਿਹੜੀ ਇਟਾਲੀਅਨ ਸਿਟੀਜ਼ਨਸ਼ਿਪ ਆ ਉਹ ਗਵਾ ਸਕਦੀ ਆ ਆਟੋਮੈਟਿਕਲੀ। ਤੁਸੀਂ ਆਪਣੀ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਆਪਣੇ ਬਿਹਾਵ 'ਤੇ ਵੀ ਰੱਦ ਕਰਵਾ ਸਕਦੇ ਹੋ ਜੇ ਤੁਸੀਂ ਕਿਸੇ ਹੋਰ ਕੰਟਰੀ ਵਿੱਚ, ਜਿੱਦਾਂ ਤੁਹਾਨੂੰ ਐਗਜ਼ਾਮਪਲ ਦਿੰਦਾ ਮੈਂ, ਜੇ ਮੈਂ ਇਟਲੀ ਵਿੱਚ ਮੇਰੇ ਕੋਲ ਇਟਲੀ ਦੀ ਸਿਟੀਜ਼ਨਸ਼ਿਪ ਹੈ, ਮੈਂ ਇਟਲੀ ਤੋਂ ਕੈਨੇਡਾ ਚੱਲ ਜਾਂਦਾ ਜੀ ਅਤੇ ਉੱਥੇ ਜਾ ਕੇ ਮੈਂ ਉੱਥੇ ਦੀ PR ਤਾਂ ਉੱਥੇ ਸਿਟੀਜ਼ਨਸ਼ਿਪ ਅਪਲਾਈ ਕਰਦਾ ਅਤੇ ਉਸ ਤੋਂ ਪਹਿਲੇ ਮੈਂ ਇਟਲੀ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਬੰਦ ਕਰਵਾ ਸਕਦਾ ਹਾਂ। ਜੇ ਤੁਸੀਂ ਇਟਾਲੀਅਨ ਸਿਟੀਜ਼ਨਸ਼ਿਪ ਮੁੜ ਕੇ ਲੈਣਾ ਚਾਹੁੰਦੇ ਹੋ, ਜਿੱਦਾਂ ਕਿ ਤੁਸੀਂ ਕੈਨੇਡਾ ਚੱਲ ਗਏ ਹੋ, ਤੁਹਾਨੂੰ ਕੈਨੇਡਾ ਪਸੰਦ ਨਹੀਂ ਆਇਆ, ਤੁਸੀਂ ਉੱਥੇ ਦੇ ਡਾਕੂਮੈਂਟ ਲੈ ਲਏ ਸੀਗੇ, ਉੱਥੇ ਦੀ ਸਿਟੀਜ਼ਨਸ਼ਿਪ ਲੈ ਲਈ ਸੀ, ਤੁਸੀਂ ਇਟਲੀ ਦੀ ਸਿਟੀਜ਼ਨਸ਼ਿਪ ਛੱਡਤੀ ਸੀ, ਜੇ ਤੁਸੀਂ ਉਹਨੂੰ ਮੁੜ ਕੇ ਲੈਣਾ ਚਾਹੁੰਦੇ ਹੋ ਤਾਂ ਬੇਸ਼ੱਕ ਜੀ ਬਿਨਾਂ 10 ਸਾਲ ਵੇਟ ਕੀਤੇ ਲੈ ਸਕਦੇ ਹੋ, ਲੇਕਿਨ ਜਦੋਂ ਤੁਸੀਂ ਇੱਥੇ ਇਟਲੀ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਐਟਲੀਸਟ 1 ਸਾਲ ਰਹਿਣਾ ਪਊਗਾ। ਠੀਕ ਹੈ ਜੀ। ਇਹ ਸੀਗੇ ਜੀ ਕਿੱਦਾਂ ਤੁਸੀਂ ਸਿਟੀਜ਼ਨਸ਼ਿਪ ਲੈਣੀ ਹੈ ਅਤੇ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ। ਅਗਲੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਜੀ ਕੁੱਦ, ਜਿਹੜੀ ਸਭ ਤੋਂ ਮੇਨ ਗੱਲ ਹੁੰਦੀ ਕੁੱਦ ਕਿੰਨੀ ਚਾਹੀਦੀ ਹੈ, ਉਹਦੇ ਬਾਰੇ ਅਸੀਂ ਗੱਲ ਕਰਾਂਗੇ ਜੀ ਅਗਲੀ ਵੀਡੀਓ 'ਚ। ਤਦ ਤੱਕ ਕਿ ਤੁਸੀਂ ਆਪਣਾ ਖਿਆਲ ਰੱਖਿਓ ਜੀ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਮੇਰੇ ਚੈਨਲ ਨੂੰ ਜਿੱਦਾਂ ਮੈਂ ਹਰ ਵੀਡੀਓ 'ਚ ਕਹਿਣਾ ਹੁੰਦਾ ਹੈ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਮਿਲਦੇ ਹਾਂ ਅਗਲੀ ਵੀਡੀਓ 'ਚ। ਤਦ ਤੱਕ ਲਈ ਰੱਬ ਰਾਖਾ।